ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਜੋ ਸਾਹਿਬ ਇਸ ਵਕਤ ਹਾਜ਼ਰ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਵਿਸ਼ੇਸ਼ ਗੱਲਬਾਤ ਜੋ ਸਾਡੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਆਪੋਜੀਸ਼ਨ ਜਿਹੜੇ ਲੀਡਰਸ ਨੇ ਪਾਰਟੀ ਦੇ, ਉਹਨਾਂ ਨਾਲ ਵਿਸ਼ੇਸ਼ ਇੱਕ ਵਰਚੁਅਲ ਮੀਟਿੰਗ ਕਰਨ ਜਾ ਰਹੇ ਨੇ। ਉਹਦਾ ਕਾਰਨ ਕੀ ਹੈ ਵਰਚੁਅਲ ਮੀਟਿੰਗ ਦਾ, ਇਸ ਵਕਤ ਸਥਿਤੀ ਕੀ ਹੈ? ਜਿਹੜੇ ਟਰੱਕਰਸ ਜਿਹੜੇ ਨੇ ਉਹ ਆਪਣੀ ਮਨੌਤ ਮਨਾਉਣ ਵਾਸਤੇ ਜਿਹੜਾ ਨੇ ਉਹਨਾਂ ਨੇ ਇੱਕ ਕਿਸਮ ਦਾ ਸਮਝ ਲਓ ਕਿ ਪੂਰਾ ਕੈਨੇਡਾ ਹੀ ਹੁਣ ਜਿਹੜਾ ਹੈ ਉਹ ਘੇਰ ਕੱਤਿਆ ਹੈ ਅਤੇ ਇਹਦੇ 'ਤੇ ਬਹੁਤ ਵੱਡਾ ਅਸਰ ਵੀ ਪੈ ਰਿਹਾ ਹੈ। ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਜਿਹੜੇ ਸਾਡੇ ਵੀਰ ਨੇ, ਜਿਹੜੇ ਕੋਵਿਡ-19 ਵੈਕਸੀਨ ਜਿਹੜੀ ਲਗਾਈ ਹੋਈ ਹੈ, ਉਹ ਜਾਂਦੇ ਨੇ ਕੰਮ ਕਰਨ ਲਈ, ਪਰੰਤੂ ਉਹਨਾਂ ਨੂੰ ਲੰਬੀਆਂ ਲਾਈਨਾਂ ਦੇ ਵਿੱਚ ਬਹੁਤ ਵੱਡਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸੋ ਉਸ ਸੰਦਰਭ ਦੇ ਵਿੱਚ ਆਈ ਥਿੰਕ ਇਹ ਵਰਚੁਅਲ ਮੀਟਿੰਗ ਜਿਹੜੀ ਹੈ ਹੋ ਰਹੀ ਹੈ। ਜੌਲ ਸਾਹਿਬ ਮੇਰੇ ਨਾਲ ਹਾਜ਼ਰ ਨੇ, ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ। ਜੌਲ ਸਾਹਿਬ ਵੈਲਕਮ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਚਾਵਲਾ ਜੀ, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਕੀ ਹਾਲ ਚਾਲ, ਠੀਕ ਹੋ? ਹਾਂਜੀ ਬਿਲਕੁਲ ਜੀ, ਮਿਹਰਬਾਨੀ। ਇਸ ਵੇਲੇ ਲੇਕਿਨ ਕਿ ਜੋ ਸਾਡਾ ਮੁਲਕ ਬਲਦੀ ਦੇ ਬੂਥੇ ਜੇ ਆਇਆ ਅੱਛਾ ਜਿਹਾ ਬਣਿਆ ਹੋਇਆ, ਉਹਦੇ ਤੇ ਥੋੜੀ ਚਿੰਤਾ ਜ਼ਰੂਰ ਹੈ ਜੀ। ਸਥਿਤੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ ਦਿਨ ਬ ਦਿਨ। ਔਰ ਕੀ ਲੱਗਦਾ ਤੁਹਾਨੂੰ ਜਿਹੜੀ ਇਹ ਵਰਚੁਅਲ ਮੀਟਿੰਗ ਇਸ ਵਕਤ ਐਮਰਜੈਂਸੀ ਜਿਹੜੀ ਕਾਲ ਕੀਤੀ ਗਈ ਆ? ਦੇਖੋ ਚਾਵਲਾ ਜੀ, ਇਹਦੇ ਨਾਲ ਨਾ ਹੁਣ ਆਪੋਜੀਸ਼ਨ ਦੇ ਜਿਹੜੇ ਤੇਵਰ ਆ ਉਹ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਤੇਜ਼ੀ ਨਾਲ ਵੈਸੇ ਬਦਲੇ ਵੀ ਆ। ਜੇ ਆਪਾਂ ਚਲੋ ਵੀ 2-2.5 ਹਫ਼ਤੇ ਪਹਿਲਾਂ ਸ਼ੁਰੂ ਹੋਇਆ ਜਿਹੜੀ ਇਹ ਸਾਰਾ ਐਕਸ਼ਨ ਸੀਗਾ ਟਰੱਕਰਸ ਦਾ, ਜਦੋਂ ਕੌਨਵੋਏ ਹਜੇ ਉੱਥੇ ਪਹੁੰਚਿਆ ਹੀ ਸੀਗਾ, ਤੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਏਰੀਨ ਓਟੂਲ ਉਸ ਵੇਲੇ ਦੇ ਲੀਡਰ ਸੀ, ਉਹਨਾਂ ਦੇ ਤੇਵਰ ਜਾਣੀ ਇਹੋ ਜਿਹੇ ਸੀਗੇ ਵੀ ਉਹ ਇਨਡਾਇਰੈਕਟਲੀ ਸਪੋਰਟ ਹੀ ਕਰ ਰਹੇ ਸੀ, ਉੱਥੇ ਉਹਨਾਂ ਨੂੰ ਮਿਲ ਕੇ ਵੀ ਆ ਰਹੇ ਸੀਗੇ। ਲੇਕਿਨ ਕਿ ਵੀ ਹੁਣ ਇਹ ਦੇਖ ਰਹੇ ਹਾਂ ਅਸੀਂ ਕਿ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮੋਸ਼ਨ ਲੈ ਕੇ ਆਂਦਾ ਕੰਜ਼ਰਵੇਟਿਵ ਪਾਰਟੀ ਨੇ, ਜਿਹਦੇ ਵਿੱਚ KGPO ਮੋਸ਼ਨ ਨੂੰ ਬਲੌਕ ਕੇਬੈਕਵਾ ਨੇ ਸਪੋਰਟ ਕਰਨ ਦਾ ਐਲਾਨ ਵੀ ਕਰ ਦਿੱਤਾ। ਉਹ ਕਹਿੰਦਾ ਮਤਲਬ ਵੀ ਮੋਸ਼ਨ ਉਹ ਪਾਸ ਹੋ ਜਾਣਾ ਆ, ਤੇ ਉਸ ਮੋਸ਼ਨ ਦੇ ਵਿੱਚ ਇਹੀ ਆ ਵੀ ਗਵਰਨਮੈਂਟ ਨੂੰ ਇਸ ਮਹੀਨੇ ਦੇ ਐਂਡ ਤੱਕ ਪਲਾਨ ਆਪਣਾ ਸਾਹਮਣੇ ਲਿਆਉਣ ਲਈ ਕਿਹਾ ਗਿਆ ਵੀ ਉਹ ਪਲਾਨ ਜਿਹੜਾ ਜਿੰਨੀਆਂ ਵੀ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨੇ ਵੀ ਉਹਨਾਂ ਨੂੰ ਉਠਾਉਣ ਦੇ ਬਾਰੇ ਦੱਸਿਆ ਜਾਵੇ, ਵੀ ਖਤਮ ਕੀਤੀਆਂ ਜਾਣ ਤਾਂ ਕਿ ਨਾਰਮਲ ਲਾਈਫ ਕੰਟਰੀ ਦੇ ਵਿੱਚ ਸ਼ੁਰੂ ਹੋ ਸਕੇ। ਇਹਦੇ ਨਾਲ ਹੀ ਜੋ ਕੈਂਡਿਸ ਬਰਗਨ ਹੈ, ਆਪੋਜੀਸ਼ਨ ਕਹਿ ਲਓ ਕੋਈ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਇਸ ਵੇਲੇ ਇੰਟਰਮ, ਉਹਨਾਂ ਨੇ ਵੀ ਬਾਰ-ਬਾਰ ਹੁਣ ਇੱਦਾਂ ਦੀਆਂ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਬਲੋਕੇਡ ਕਰਨ ਵਾਲੇ ਉੱਥੇ ਆਟੋਵਾ ਦੇ ਵਿੱਚ ਜਿਹੜੇ ਕਹਿ ਲਓ ਕੋਈ ਮੁਜ਼ਾਹਰਾਕਾਰੀ ਹੈਗੇ ਆ ਕਿ ਤੁਸੀਂ ਜਾਓ ਹੁਣ ਘਰਾਂ ਨੂੰ, ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚ ਗਿਆ। ਤੇ ਹੁਣ ਜਿਹੜੇ ਮੈਂਬਰ ਪਾਰਲੀਮੈਂਟ ਆ, ਅਸੀਂ ਆ ਮਤਲਬ ਵੀ ਸਾਡਾ ਕੋਈ ਇੱਥੇ ਰੋਲ ਪਲੇ ਅਸੀਂ ਕਰਨ ਦੀ ਸਾਡੀ ਡਿਊਟੀ ਹੈ ਤੇ ਅਸੀਂ ਉਹ ਕਰਾਂਗੇ। ਕਹਿਣ ਦਾ ਮਤਲਬ ਵੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਅਸੀਂ ਉਹ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਹੁਣ ਜਾਓ। ਸੋ ਲੇਕਿਨ ਕਿ ਇਹ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਾਈਮ ਮਿਨਿਸਟਰ ਤੱਕ ਵੀ ਇਹ ਮੈਸੇਜ ਪਹੁੰਚਿਆ ਲੱਗਦਾ। ਤੇ ਫਿਰ ਹੁਣ ਉਹਨਾਂ ਨੇ ਭਾਵੇਂ ਕਿ ਜਿਹੜਾ ਮੋਸ਼ਨ ਆਪਾਂ ਪਾਸ ਵੀ ਹੋ ਜਾਏ ਚਾਵਲਾ ਜੀ, ਕਿ ਜਿਹੜੀ ਗਵਰਨਮੈਂਟ ਹੈ ਤੇ ਜਾਣੀ ਉਹਨੂੰ ਮੰਨਣ ਲਈ ਬਾਈਂਡਿੰਗ ਮੋਸ਼ਨ ਨਹੀਂ ਹੈਗਾ, ਪਰ ਲੇਕਿਨ ਕਿ ਪਾਰਲੀਮੈਂਟ ਦੇ ਵਿੱਚ ਮੋਸ਼ਨ ਇਸ ਤਰ੍ਹਾਂ ਦਾ ਪਾਸ ਹੋ ਜਾਣਾ ਤੇ ਗਵਰਨਮੈਂਟ ਨੂੰ ਜ਼ਰੂਰ ਇੱਕ ਤਰੀਕੇ ਨਾਲ ਉਹ ਥੋੜਾ ਜਿਹਾ ਚਿੰਤਾ ਦੇ ਵਿੱਚ ਪਾਉਂਦਾ ਹੁੰਦਾ ਹੈ। ਕੁੱਲ ਮਿਲਾ ਕੇ ਜਾਣੀ ਕਿ ਹੁਣ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਹੰਗਾਮੀ ਮੀਟਿੰਗ ਹੈ ਜਿਹੜੀ ਵਰਚੁਅਲੀ ਸਾਰੇ ਆਪੋਜੀਸ਼ਨ ਜਿਹੜੀਆਂ ਪਾਰਟੀਆਂ ਦੇ, ਤੁਹਾਨੂੰ ਪਤਾ ਵੀ ਕੰਜ਼ਰਵੇਟਿਵ ਪਾਰਟੀ ਹੈ, ਬਲਾਕ ਕੇਬੈਕਵਾ ਹੈ, ਤੇ ਜਾਂ ਫਿਰ NDP ਹੈ ਖਾਸ ਤੌਰ ਤੇ, ਇਸ ਦੇ ਨਾਲ ਹੀ ਗ੍ਰੀਨ ਪਾਰਟੀ, ਵੀ ਉਹਨਾਂ ਨੂੰ ਇਨਵਾਈਟ ਕੀਤਾ ਵਰਚੁਅਲ ਮੀਟਿੰਗ ਦੇ ਵਾਸਤੇ। ਹੰਗਾਮੀ ਮੀਟਿੰਗ ਇਹ ਜਿਹੜੀ ਵੀ ਇਸ ਸਮੇਂ ਦੇ ਦੌਰਾਨ ਸ਼ੁਰੂ ਹੋ ਜਾਣੀ ਚਾਹੀਦੀ ਹੈ। ਉਸ ਦੇ ਵਿੱਚ ਕੁੱਲ ਮਿਲਾ ਕੇ ਜਾਣੀ ਸਾਰੀ ਸਿਚੁਏਸ਼ਨ ਨੂੰ ਜਿਹੜਾ ਜੀ ਇਹ ਇਵੈਲੂਏਟ ਕੀਤਾ ਜਾਊਗਾ। ਜਿਸ ਤਰੀਕੇ ਦੇ ਨਾਲ ਵੀ ਡਿਵੈਲਪ ਇਹ ਆਪਾਂ ਦੇਖ ਰਹੇ ਹਾਂ ਬਾਰਡਰ ਤੇ ਹੋ ਰਹੀ ਆ ਅੰਬੈਸਡਰ ਰਿਜ ਆ ਜਿਹੜਾ ਅੱਜ ਵੀ ਇਹ 5ਵੇਂ ਦਿਨ ਦੇ ਵਿੱਚ ਦਾਖਲ ਹੋ ਚੱਲਿਆ, ਬੰਦ ਚੱਲ ਰਿਹਾ ਲਗਾਤਾਰ। ਜੋ ਸਿਚੁਏਸ਼ਨ ਇਹਦੇ ਨਾਲ ਇੱਥੇ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜਾਂ ਸਟੋਰਸ ਦੇ ਵਿੱਚ ਸਪਲਾਈ ਚੇਨ ਨੂੰ ਲੈ ਕੇ ਚੱਲ ਰਹੀ ਹੈ, ਲੋਕ ਪ੍ਰਭਾਵਿਤ ਹੋ ਰਹੇ ਆ। ਟਰੱਕਿੰਗ ਇੰਡਸਟਰੀ ਦਾ ਇੱਕ ਤਰੀਕੇ ਦੇ ਨਾਲ ਪੱਠਾ ਪੈਂਦਾ ਜਾ ਰਿਹਾ ਹੈ। ਸੋ ਆਪਾਂ ਦੇਖ ਰਹੇ ਹਾਂ ਕਿ ਟਰੱਕਰ ਸਾਡੇ ਕਿੰਨੇ ਪਰੇਸ਼ਾਨ, ਬਾਰਡਰਸ ਤੇ ਸਾਰਨੀਆਂ ਦੀ ਗੱਲ ਹੋਵੇ, ਉਧਰ ਫੋਰਟ ਹੈਰੀ ਤੇ 5-5, 6-6 ਕਿਲੋਮੀਟਰ ਲੰਬੀਆਂ ਲਾਈਨਾਂ ਤੱਕ। ਇਹਦੇ ਨਾਲ ਹੀ ਫਿਰ ਜਿਹੜੀ ਖੱਜਲ ਖੁਆਰੀ ਜਾਣੀ ਕਿ ਵੀ ਇਹ ਹੋ ਰਹੀ ਹੈ ਵੱਖ-ਵੱਖ ਇੰਡਸਟਰੀਜ਼ ਦੇ ਵਿੱਚ, ਤੇ ਕੈਨੇਡਾ ਦੀ ਸਮੁੱਚੀ ਇਕੋਨਮੀ ਤੇ ਨੈਚੁਰਲੀ ਆ ਇਹਦਾ ਇੰਡਾਇਰੈਕਟਲੀ ਅਸਰ ਜਿਹੜਾ ਉਹ ਪੈਣਾ ਸ਼ੁਰੂ ਹੋ ਹੀ ਗਿਆ। ਤੇ ਜਿਹੜਾ ਕਿ ਹੁਣ ਤੱਕ ਸਾਡੇ ਟਰਾਂਸਪੋਰਟ ਮਿਨਿਸਟਰ ਉਮਾਰ ਅਲਗਬਰਾ ਕਹਿ ਰਹੇ ਸੀਗੇ ਵੀ ਇਹ ਜਿਹੜਾ ਹੁਣ ਤੱਕ ਕੋਈ ਏਡਾ ਵੱਡਾ ਕੋਈ ਅਸਰ ਨਹੀਂ ਹੈ, ਕਿ ਟਰੱਕਾਂ ਦੀ ਗਿਣਤੀ ਨਹੀਂ ਘਟੀ, ਜੇ ਵੈਕਸੀਨ ਦਾ ਮੈਂਡੇਟ ਆਇਆ ਤੇ ਸਪਲਾਈ ਚੇਨ ਜਿਹੜੀ ਹੈ ਜੀ ਵੀ ਸਾਡੇ ਸਟੋਰਾਂ ਦੇ ਵਿੱਚ ਸਮਾਨ ਘਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਇਹ ਬਿਲਕੁਲ ਜਿਹੜੀ ਸਿਚੁਏਸ਼ਨ ਉਲਟ ਫੇਰ ਹੋ ਗਿਆ ਹੋਣ ਕਰਕੇ ਇਸ ਵੇਲੇ ਪੁਲਿਸਾਂ ਆਪਾਂ ਦੇਖ ਰਹੇ ਸੀਗੇ ਆਪਣੇ ਚਾਵਲਾ ਜੀ ਪ੍ਰਸਾਦ ਦੇ ਦੇਖਦੇ ਹਾਂ ਵੀ ਕੈਨੇਡਾ ਆਪਣੇ ਆਪ ਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ G7 ਕੰਟਰੀਜ਼ ਦੇ ਇਕੋਨਮੀ ਹੋਣ ਦੇ ਕਰਕੇ ਵੀ, ਨੈਟੋ ਦਾ ਮੈਂਬਰ ਹੋਣ ਕਰਕੇ ਵੀ ਆਪਣੇ ਆਪ ਨੂੰ ਕਈ ਵਾਰੀ ਬੜਾ ਜ਼ਿਆਦਾ ਸਮਰੱਥ ਵੀ ਕੰਟਰੀ ਸਮਝ ਲੈਂਦਾ। ਰੂਸ ਨੂੰ ਵੀ ਦਬਕੀਆਂ ਆਪਾਂ ਮਾਰ ਲੈਂਦੇ ਹਾਂ ਕਿਤੇ ਕਿਤੇ। ਪਰ ਇਸ ਵੇਲੇ ਦੇਖਿਆ ਜਾਵੇ ਤੇ ਵੀ ਆਹ ਜਿਹੜੀ ਸਿਚੁਏਸ਼ਨ ਟਰੱਕਰਜ਼ ਨੇ ਵਿਦ ਇਨ ਕੰਟਰੀ ਹੀ ਪੈਦਾ ਕਰ ਦਿੱਤੀ ਆ,
ਉਹਦੇ ਵਿੱਚ ਜਿਹੜੀਆਂ ਜੀ ਸਾਡੇ ਇੱਥੇ ਸਮੁੱਚੀ ਪੁਲਿਸ ਫੋਰਸਾਂ ਹੈਗੀਆਂ ਉਹ ਵੀ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਹੱਥੇ ਹੀ ਸਮਝ ਰਹੇ ਆ ਵੀ ਉਹ ਇਹਨਾਂ ਨੂੰ ਜਿਹੜਾ ਜੀ ਵੀ ਇਸ ਸਿਚੁਏਸ਼ਨ ਤੇ ਕਾਬੂ ਪਾ ਸਕਦੇ ਆ, ਭਾਵੇਂ ਕਿ ਕਾਫੀ ਮਿਹਨਤ ਜਿਹੜੀ ਆ ਓਟਵਾ ਪੁਲਿਸ ਪਿਛਲੇ ਦਿਨਾਂ ਤੋਂ ਕਰ ਰਹੇ ਨੇ, ਟਿਕਟਾਂ ਦਿੱਤੀਆਂ ਜਾ ਰਹੀਆਂ, ਟਰੱਕ ਟੋਲ ਕੀਤੇ ਜਾ ਰਹੇ ਆ, ਪਰ ਲੱਗ ਨਹੀਂ ਰਿਹਾ ਜਿਵੇਂ ਆਪਾਂ ਦੂਸਰੇ ਦੇਸ਼ਾਂ ਦੇ ਵਿੱਚ ਹਿਊਮਨ ਰਾਈਟ ਤੇ ਘੱਟ ਗਿਣਤੀ ਦੇ ਹੱਕਾਂ ਦੀਆਂ ਗੱਲਾਂ ਕਰਦੇ ਹੁੰਦੇ ਆ, ਇੱਧਰੋਂ ਬਿਆਨਬਾਜ਼ੀ ਸ਼ੁਰੂ ਹੋ ਜਾਂਦੀ ਹੁੰਦੀ ਆ ਵੀ ਉਸ ਤਰ੍ਹਾਂ ਇਹ ਘੱਟ ਗਿਣਤੀ ਦੀ ਗੱਲ ਸੁਣ ਲੈਣ ਦੀ ਬਜਾਏ ਜਦੋਂ ਇਹ BC ਤੇ ਜਾਂ ਬਾਕੀ ਦੇਸ਼ ਦੇ ਕੋਨੇ ਚੋਂ ਚਾਵਲਾ ਜੀ ਇਕੱਠੇ ਹੋ ਕੇ ਟ੍ਰੈਫਿਕ ਡਰਾਈਵਰ ਓਟਵਾ ਪਹੁੰਚੇ ਸੀ, ਪਹਿਲੀ ਗੱਲ ਉਹਨਾਂ ਨੂੰ ਪਹੁੰਚਣ ਨਹੀਂ ਨਾ ਦਿੱਤਾ ਜਾਂਦਾ, ਇੰਨੀ ਸਟਰੋਂਗ ਸਾਡੀ ਡਿਪਲੋਮੇਸੀ ਹੁੰਦੀ, ਪਹੁੰਚ ਵੀ ਗਏ ਸੀ ਤੇ ਸਾਡੀ ਅਪਰੋਚ ਐਸੀ ਹੋਣੀ ਚਾਹੀਦੀ ਸੀ ਕਿ COVID-19 ਦੀਆਂ ਰਿਸਟ੍ਰਿਕਸ਼ਨਸ ਅਸੀਂ ਕੋਈ ਸਾਰੀ ਉਮਰ ਲੈ ਕੇ ਬੈਠੇ ਰਹਿਣਾ। ਬਿਲਕੁਲ 2 ਹਫ਼ਤਿਆਂ ਦੇ ਵਿੱਚ ਵੀ ਉਹਨਾਂ ਨੂੰ ਰਿਲੈਕਸ ਕਰਨਾ ਸ਼ੁਰੂ ਕਰ ਹੀ ਦਿੱਤਾ ਜੋ ਉਹ ਮੰਗ ਰਹੇ ਸੀ। ਮੈਂਡੇਟ ਜੇ ਕੈਨੇਡਾ ਮਤਲਬ ਉਹਨਾਂ ਨੂੰ 15 ਜਨਵਰੀ ਨੂੰ ਨਾ ਵੀ ਟਰੱਕਰਸ ਨੂੰ ਰੋਕਦਾ ਤੇ US ਨੇ ਉੱਥੇ ਦਾਖਲ ਹੋਣੋਂ ਰੋਕ ਦਿੱਤੇ ਸੀਗੇ, ਸੋ ਇਸ ਕਰਕੇ ਕੈਨੇਡਾ ਦੇ ਮੈਂਡੇਟ ਦਾ ਕੋਈ ਬਹੁਤਾ ਉੱਤੇ ਅਸਰ ਹੀ ਨਹੀਂ ਆ। ਬਸ ਸਵਾਲ ਇੱਥੇ ਪੈਦਾ ਹੁੰਦਾ, ਸਵਾਲ ਇਹੀ ਪੈਦਾ ਹੋ ਰਿਹਾ, ਆਪਾਂ ਕਿੰਨੇ ਖੁਸ਼ ਹਾਂ ਕਿ ਇੰਡੀਆ ਗਵਰਨਮੈਂਟ ਨੇ ਇਹ ਕਹਿ ਦਿੱਤਾ ਕਿ ਤੁਸੀਂ ਬਈ ਜੇ ਕੋਵਿਡ ਵੈਕਸੀਨ ਦੇ ਟੀਕੇ ਲਵਾਏ ਨੇ ਆਪਣਾ ਜਿਹੜਾ ਐਪ ਡਾਊਨਲੋਡ ਕਰ ਲਓ, ਉਹਦੇ ਤੇ ਸਹੀ ਇਨਫੋਰਮੇਸ਼ਨ ਦੇ ਦਿਓ, ਤੁਹਾਨੂੰ ਕਿਸੇ ਵੀ ਦੇਸ਼ ਤੋਂ ਕਈ ਕੰਟਰੀ ਜਿਵੇਂ ਤੁਸੀਂ ਖਬਰ ਪਾਈ ਵੀ ਕਈ ਕੰਟਰੀਆਂ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਆ ਸਕਦੇ ਹੋ। ਇਹਦੇ ਨਾਲ ਸਿੱਧੇ ਲਫ਼ਜ਼ਾਂ ਦੇ ਵਿੱਚ ਮੈਂ ਸਮਝਦਾ ਕਿ ਭਾਰਤ ਨੇ ਬਹੁਤ ਵੱਡਾ ਇੱਕ ਸਟੈਪ ਚੁੱਕਦਿਆਂ ਹੋਇਆ ਬੜੀ ਇੱਕ ਵੱਡੀ ਜਿਹੜੀ ਹੈ ਉਹ ਦੇਸ਼ ਦੀ ਇਕੋਨਮੀ ਵਾਸਤੇ ਕਦਮ ਹੈ, ਕਿਉਂਕਿ ਇੱਥੇ ਜੇਕਰ ਕੋਵਿਡ ਟੈਸਟ ਹੁੰਦਾ ਉਹਨੇ ਕੈਨੇਡੀਅਨ ਡਾਲਰ ਦੇਣੇ ਨੇ, ਅਮਰੀਕਨ ਡਾਲਰ ਦੇ, ਇਸ ਕੰਟਰੀ ਦੇ ਵਿੱਚ ਰਹਿ ਗਿਆ ਪੈਸਾ ਤੇ ਉਹ ਸਰਟੀਫਿਕੇਟ ਪੇਪਰ ਲੈ ਕੇ ਚਲ ਗਿਆ ਬੰਦਾ ਉੱਥੇ। ਹੁਣ ਉੱਥੇ ਜਾ ਕੇ ਇੱਥੋਂ ਬੰਦੇ ਜਿਨ੍ਹਾਂ ਨੇ 4 ਪਰਿਵਾਰ ਦੇ ਮੈਂਬਰਾਂ ਨੇ ਜਾਣਾ, ਗੱਲ ਥੋੜ੍ਹੀ ਜਿਹੀ ਲੰਬੀ ਹੋ ਜਾਣੀ ਆ, ਪਹਿਲਾਂ ਤਾਂ $700 ਤੇ ਇਹੀ ਚਲ ਗਿਆ, $700-800 ਤਾਂ ਹਾਂਜੀ, ਜੇ ਉਹ ਨਿਕਲ ਆਇਆ ਤੇ ਫਿਰ ਦੁਬਾਰਾ ਕਰਾਉਣਾ ਪੈਣਾ ਤੇ ਫਿਰ ਉਹ ਟੱਬਰ ਨੂੰ ਦਾ ਨੁਕਸਾਨ ਹੋ ਗਿਆ। ਇਸ ਕਰਕੇ ਲੋਕੀ ਯਾਤਰਾ ਕਰਨ ਤੋਂ ਵੀ, ਇੰਡੀਆ ਜਾਣ ਤੋਂ ਵੀ ਕੰਨੀ ਕਤਰਾ ਰਹੇ ਸੀਗੇ ਵੀ ਉੱਥੇ ਖੱਜਲ ਖਵਾਰ ਹੋਵਾਂਗੇ, ਇੰਨਾ ਪੈਸਾ ਕਿਹੜਾ ਬੰਦਾ, ਟਿਕਟਾਂ ਮਹਿੰਗੀਆਂ ਹੋਈਆਂ ਨੇ। ਹੁਣ ਇਹ ਸੇਫ ਹੋ ਗਿਆ ਜੀ ਭਈ ਤੁਸੀਂ ਐਪ ਡਾਊਨਲੋਡ ਕਰ ਲਓ, 14 ਫਰਵਰੀ ਤੋਂ ਤੁਸੀਂ ਜਾ ਸਕਦੇ ਹੋ ਜੇ ਤੁਸੀਂ ਕੋਵਿਡ ਵੈਕਸੀਨ ਦੇ ਜਿਹੜੇ ਨੇ ਇੰਜੈਕਸ਼ਨ ਲਏ ਨੇ। ਹਾਂਜੀ, ਉਹਦੇ ਵਿੱਚ ਬਹੁਤਾਤ ਮੇਰੇ ਖਿਆਲ 'ਚ ਭਾਰਤੀਆਂ ਨੇ ਸਾਰਿਆਂ ਨੇ ਜਿਹੜੇ ਨੇ ਆਪਣੇ ਮੋਢੇ ਤੇ ਲੋਦੇ ਜਿਹੜੇ ਨੇ 3-3 ਲਗਵਾ ਲਏ ਨੇ, ਕੁਝ ਰਹਿੰਦੇ ਹੋਣਗੇ ਤੇ ਉਹ ਜਾਣਗੇ। ਹੁਣ ਲਾ ਇੱਥੇ ਆ ਗਿਆ ਵੀ ਆਪਾਂ ਤੇ ਜਾਵਾਂਗੇ, ਖੁਸ਼ ਜਾਵਾਂਗੇ, ਕਿੰਨੇ ਖੁਸ਼ ਆ, ਪਰ ਜੇ ਟਰੱਕਰਸ ਜਿਹੜੇ ਵਿਰੋਧ ਕਰ ਰਹੇ ਨੇ ਜਾਂ ਹੱਕ ਲੈ ਰਹੇ ਨੇ, ਮੰਗਾਂ ਮੰਨ ਰਹੇ ਨੇ, ਚਲੋ ਉਹਨਾਂ ਦੀ ਜਾਇਜ਼ ਵੀ ਹੋ ਸਕਦੀਆਂ, ਨਹੀਂ ਲਵਾਉਣਾ ਚਾਹੁੰਦੇ, ਉਹਨਾਂ ਦਾ ਫੰਡਾਮੈਂਟਲ ਰਾਈਟ ਆ, ਪਰ ਜੇ ਉਹ ਅਮਰੀਕਾ ਬਾਰਡਰ ਕ੍ਰਾਸ ਕਰਦੇ ਤੇ ਅਮਰੀਕਨ ਉਹਨਾਂ ਨੂੰ ਨਹੀਂ ਲੰਘਣ ਦਿੰਦੇ ਤੇ ਇਹਦੇ 'ਚ ਕੈਨੇਡਾ ਗੌਰਮੈਂਟ ਚਾਹੇ ਕੰਜ਼ਰਵੇਟਿਵ ਚਲਾਉਂਦੀ ਹੋਵੇ ਚਾਹੇ ਕੋਈ ਵੀ ਚਲਾਉਂਦੀ ਹੋਵੇ, ਲਿਬਰਲ, ਉਹਦਾ ਕੀ ਕਸੂਰ ਆ ਜੀ? ਬਿਲਕੁਲ ਇਹੀ ਤੇ ਆਪਾਂ ਕਹਿ ਰਹੇ ਹਾਂ ਵੀ ਜਦੋਂ ਇਹ ਉਹ ਟਰੱਕਰਸ ਦੀ ਡਿਮਾਂਡ ਹੈ ਜਿਹੜੀ ਉਹ ਅੰਡਰਸਟੈਂਡ ਵੀ ਕਰ ਗਏ ਸੀ ਵੀ ਜੇ US ਨੇ ਰੋਕ ਲਿਆ ਤੇ ਫਿਰ ਕੈਨੇਡਾ ਗਵਰਨਮੈਂਟ ਤੋਂ ਇਹ ਮੰਗ ਕਰਨ ਦੀ ਕੋਈ ਸੈਂਸ ਨਹੀਂ ਬਣਦੀ, ਇਹਦੇ ਕਰਕੇ ਫਿਰ ਜਾਣੀ ਇਹ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਵਾਲੀ ਡਿਮਾਂਡ ਬਾਅਦ ਦੇ ਵਿੱਚ ਉਹਨਾਂ ਨੇ ਜੋੜੀ ਆ। ਅੱਛਾ, ਹੁਣ ਇਹ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਦੇ ਆਪਾਂ ਵੈਸੇ ਹੀ ਦੇਖ ਰਹੇ ਸੀ ਵੀ ਇਹ ਹਟਣੀਆਂ ਸ਼ੁਰੂ ਹੋ ਜਾਣੀਆਂ ਸੀਗੀਆਂ, ਓਮਿਕਰੋਨ ਡਾਈ ਡਾਊਨ ਹੋ ਰਿਹਾ ਸੀਗਾ, ਸੋ ਬੈਠ ਕੇ ਉਹਨਾਂ ਦੀ ਲੀਡਰਸ਼ਿਪ ਨਾਲ ਉੱਥੇ ਓਟਵਾ 'ਚ ਚਾਹ ਪੀਤੀ ਜਾ ਸਕਦੀ ਸੀ, ਉਹਨਾਂ ਨੂੰ ਖੁਸ਼ੀ ਤੋਰਿਆ ਜਾ ਸਕਦਾ ਸੀਗਾ ਵੀ ਅਸੀਂ ਇਹ ਸਭ ਕੁਝ ਦੇਖਾਂਗੇ, ਤੁਸੀਂ ਜਾਓ, ਚਿੰਤਾ ਨਾ ਕਰੋ, ਆਪਣੀਆਂ ਸ਼ਿਫਟਾਂ ਲਾਓ। ਸੋ ਜੇ ਭਈ ਉਹ ਉਸ ਵੇਲੇ ਡਿਪਲੋਮੇਸੀ ਨਹੀਂ ਵਰਤੀ ਗਈ, ਸਖਤ ਰੁਖ ਅਖਤਿਆਰ ਕਰ ਲਿਆ ਜਸਟਿਨ ਟਰੂਡੋ ਹੋਣਾ ਨੇ ਆਪ ਆਪਣੇ ਮੂੰਹੋਂ ਕਹਿ ਕੇ ਵੀ ਇਹ ਬੜੇ ਥੋੜੇ ਜਿਹੇ ਆ, ਕਹਿਣ ਦਾ ਮਤਲਬ ਵੀ ਮਾਈਨੋਰਟੀ ਹੈ, ਘੱਟ ਗਿਣਤੀ ਹੈ, ਜਦ ਕਿ ਡੈਮੋਕ੍ਰੇਸੀ ਦੇ ਵਿੱਚ ਕਿਸੇ ਵੀ ਆਈ ਰੈਜ਼ੀਡੈਂਟ ਲਈ, ਦੇਸ਼ਵਾਸੀ ਲਈ ਸਰਕਾਰ ਦੇ ਬੂਹੇ ਬੰਦ ਨਹੀਂ ਹੋਣੇ ਚਾਹੀਦੇ ਗੱਲਬਾਤ ਵਾਸਤੇ। ਉਹਨਾਂ ਦਾ ਪੂਰਾ ਹੱਕ, ਆਪਣਾ ਮੈਸੇਜ ਦੇਣ, ਗੱਲ ਸੁਣਾਉਣ, ਜਿਸ ਵੀ ਤਰੀਕੇ ਦੇ ਨਾਲ ਆਇਆ ਜਾਂ ਆਈ ਆ ਭੈਣ ਭਰਾ, ਉਹਨਾਂ ਦੀ ਗੱਲ ਇੱਕ ਵਿਅਕਤੀ ਦੀ ਜਿਹੜੀ ਸੁਣੀ ਜਾਣੀ ਚਾਹੀਦੀ ਹੈ, ਘੱਟ ਗਿਣਤੀ ਦੀ। ਸੋ ਇਸ ਕਰਕੇ ਘੱਟ ਗਿਣਤੀ ਗਰੁੱਪ ਜੇ ਇਹ ਅਨਵੈਕਸੀਨੇਟਡ ਹੈਗੇ ਨੇ, ਇਹਨਾਂ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ, ਜੇ ਨਹੀਂ ਮੰਨਣਯੋਗ, ਨਹੀਂ ਰੀਜ਼ਨੇਬਲ, ਦੈਟਸ ਫਾਈਨ, ਪਰ ਗੱਲ ਤੇ ਸੁਣ ਲੈਣੀ ਚਾਹੀਦੀ ਹੈ ਨਾ ਜੀ। ਅੱਜ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਜਾਓ, ਤੁਹਾਡਾ ਮੈਸੇਜ ਸਾਨੂੰ ਮਿਲ ਗਿਆ ਤੇ ਹੁਣ ਬਾਕੀ ਦਾ ਕੰਮ ਅਸੀਂ ਕਰਾਂਗੇ, ਮਤਲਬ ਕੈਂਡੀਸ ਬਰਗਨ ਦੇ ਜੇ ਅੱਜ ਦੇ ਵਰਡ ਦੇਖੇ ਜਾਣ ਕੰਜ਼ਰਵੇਟਿਵ ਪਾਰਟੀ ਤੋਂ, ਤੇ ਇਹੋ ਜਿਹੀ ਵਰਡਿੰਗ ਜਿਹੜੀ ਸ਼ੁਰੂ 'ਚ ਯੂਜ਼ ਕਰ ਲਈ ਜਾ ਸਕਦੀ ਸੀਗੀ। ਪਰ ਵੇਖੋ, ਤੁਸੀਂ ਰਾਜਨੀਤੀ ਤੋਂ ਵਾਕਫ ਹੋ, ਰਾਜਨੀਤੀ ਦੀ ਨਸ ਤੋਂ ਪਛਾਣਦੇ ਹੋ, ਇੱਥੋਂ ਵੀ ਉੱਥੋਂ ਵੀ, ਵਰਲਡ ਵਾਈਡ ਸਾਰੇ ਪ੍ਰਧਾਨ ਮੰਤਰੀ ਸਾਹਿਬ ਨਾਲ ਹਾਂਜੀ ਸਪੈਸ਼ਲ ਜਹਾਜ਼ ਦੇ ਵਿੱਚ ਵੀ ਸਫ਼ਰ ਕਰ ਆਏ ਹੋ, ਇੱਥੇ ਵੀ ਰਾਜਨੀਤੀ ਝਲਕ ਰਹੀ ਸੀ, ਕਿਤੋਂ ਇੱਧਰੋਂ ਮਤਲਬ ਫੂਕ ਦੇਈ ਜਾਣੀ ਤੇ ਉੱਧਰੋਂ ਮਤਲਬ ਉੱਤੋਂ ਲੋਲੀਪੌਪ ਜਿਹੇ ਦੇਈ ਜਾਣੇ। ਹਾਂਜੀ, ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜੇ ਰਾਜਨੀਤੀ ਇੱਥੇ ਹੋਈ ਹੈ ਰੱਜ ਕੇ ਇੱਥੇ ਵੀ। ਬਿਲਕੁਲ ਜੀ, ਸੋ ਸਾਰੇ ਮੁਲਕ ਦਾ ਤਮਾਸ਼ਾ ਦੁਨੀਆ ਭਰ ਦੇ ਵਿੱਚ ਬਣਿਆ ਜੀ। ਜਿਨ੍ਹਾਂ ਮੁਲਕਾਂ ਨੂੰ ਅਸੀਂ ਮੈਸੇਜ ਦਿੰਦੇ ਸੀ ਹਿਊਮਨ ਰਾਈਟਸ ਦਾ ਤੇ ਘੱਟ ਗਿਣਤੀਆਂ ਦੇ ਹੱਕਾਂ ਦਾ, ਉਹ ਇਸ ਵੇਲੇ ਦੇਖ ਰਹੇ ਆ ਵੀ ਇਹ ਆਪਣੀਆਂ ਇਸ ਘੱਟ ਗਿਣਤੀ ਨਾਲ ਹੁਣ ਕੀ ਕਰਦੇ ਆ ਜਾਂ ਕਿੱਦਾਂ ਨਜਿੱਠਦੇ ਆ ਸਭ ਕੁਝ ਨੂੰ। ਅਸੀਂ ਰੂਸ ਨੂੰ ਤਾਂ ਕਹਿ ਦਿੰਦੇ ਆ ਵੀ ਸਟੇ ਆਊਟ ਆਫ ਯੂਕਰੇਨ, ਹਨਾ, ਵੀ ਹੁਣ ਅਸੀਂ ਆਪਣੇ ਦੇਸ਼ ਦੇ ਵਿੱਚ ਜਾਣੀ ਕਿ ਅੰਦਰ ਇਹ ਜਿਹੜੀ ਆਫਤ ਆਈ ਹੈ ਇਹਨੂੰ ਕਿੱਦਾਂ ਕੰਟਰੋਲ ਕਰਦੇ ਆ, ਕੀ ਸਿਚੁਏਸ਼ਨ ਇਹਦੇ ਵਿੱਚ ਡਿਵੈਲਪ ਹੁੰਦੀ ਹੈ। ਭਾਰਤ ਦੇ ਬਾਰੇ ਜਿਹੜੀ ਗੱਲ ਚਾਵਲਾ ਜੀ ਤੁਸੀਂ ਕੀਤੀ ਆ, ਉਹ ਤਾਂ ਥੋੜਾ ਜਿਹਾ ਲੱਗਦਾ ਵੀ ਜੇ ਉਹਨਾਂ ਦਾ ਸਰਕੂਲਰ ਧਿਆਨ ਦੇ ਨਾਲ ਪੜ੍ਹਿਆ ਜਾਵੇ ਨਾ,
ਉਹ ਇੱਕ ਸਟੈਪ ਹੋਰ ਅੱਗੇ ਚੱਲ ਗਏ ਨੇ। ਹਾਂ ਉਹਨਾਂ ਨੇ ਇਹ ਕਿਹਾ ਆਪਣੇ ਸਰਕੂਲਰ ਦੇ ਵਿੱਚ, ਬੜਾ ਜਿਹੜਾ 3 ਪੇਜਸ ਦਾ ਡੀਟੇਲਡ ਹੈਗਾ, ਵੀ ਤੁਸੀਂ PCR ਟੈਸਟ ਕਰਵਾ ਕੇ ਅਪਲੋਡ ਕਰ ਸਕਦੇ ਹੋ ਐਪ ਦੇ ਵਿੱਚ, ਜਾਂ ਵੈਕਸੀਨੇਸ਼ਨ ਦਾ ਪ੍ਰੂਫ ਅਪਲੋਡ ਕਰ ਸਕਦੇ ਹੋ। ਇਹਦਾ ਮਤਲਬ ਕੀ ਹੋਇਆ ਵੀ ਜਿਹੜੇ ਵੈਕਸੀਨੇਟ ਹੋਏ ਹੋਏ ਲੋਕ ਨੇ ਉਹ ਆਪਣਾ ਵੈਕਸੀਨੇਸ਼ਨ ਦਾ ਪ੍ਰੂਫ ਅਪਲੋਡ ਕਰ ਦੇਣਗੇ, ਤੇ ਜਿਹੜੇ ਅਨਵੈਕਸੀਨੇਟਡ ਨੇ ਉਹ ਨੈਗੇਟਿਵ ਟੈਸਟ ਆਪਣਾ ਦੇ ਕੇ ਵੀ ਜਾ ਸਕਣਗੇ, ਕਿਉਂਕਿ ਸਰਕੂਲਰ ਦੇ ਵਿੱਚ ਇਹ ਨਹੀਂ ਲਿਖਿਆ ਵੀ ਅਨਵੈਕਸੀਨੇਟਡ ਲੋਕ ਨਹੀਂ ਜਾ ਸਕਦੇ। ਪਰ ਮਸਲਾ ਤਾਂ ਉੱਥੇ ਆ ਗਿਆ ਨਾ, ਤਾਂ ਚੜਨਗੇ ਤਾਂ ਹੀ ਜੇ ਉਹ ਨੈਗੇਟਿਵ ਹੋਣਗੇ। ਤੇ ਜੇ ਹੁਣ ਜਿਹੜੇ 10% ਜਾਣਾ ਚਾਹੁੰਦੇ ਉਹਨਾਂ 'ਚ 1% ਸਾਡੇ ਵੀ ਸਰਦਾਰ ਜੀ ਫੜੀ ਫਿਰਦੇ ਸੀਗੇ, 2-4 ਹੱਕ ਵਾ ਉਹਨਾਂ ਦਾ, ਚਲੋ ਫੰਡਾਮੈਂਟਲ ਰਾਈਟ ਆ, ਜੇ ਉਹ ਜਾਣਾ ਚਾਹੁੰਦੇ ਤੇ ਟੈਸਟ ਲੰਘਣਾ ਤੇ ਫੇਰ ਉਸੇ ਸੂਈ ਦੇ ਨੱਕੇ ਥਾਣੀ ਜਾਣਾ ਨਾ ਉਹਨਾਂ ਨੂੰ। ਦੇਖੋ ਟੈਸਟ ਤੇ ਕਰਾਉਣਾ ਹੀ ਪੈਣਾ। ਉਹਦੇ ਵਿੱਚ ਵਰਡ ਯੂਜ਼ ਕੀਤਾ ਗਿਆ ਵੀ ਅਸਿੰਪਟੋਮੈਟਿਕ, ਜਿਹੜੇ ਮਤਲਬ ਤੰਦਰੁਸਤ ਨੇ, ਇਹਦੇ ਵੈਕਸੀਨ ਲੱਗੀ ਹੋਈ ਹੈ ਪਰ ਉਹ ਅਸਿੰਪਟੋਮੈਟਿਕ ਨਹੀਂ ਹੈ, ਜਾ ਉਹ ਵੀ ਨਹੀਂ ਸਕਦਾ। ਸੋ ਜਾਏਗਾ ਉਹ ਜੋ ਤੰਦਰੁਸਤ ਹੈ, ਜਿਹਦੇ ਕੋਲ ਲੱਛਣ ਨਹੀਂ ਹੈਗੇ ਕੋਵਿਡ ਦੇ, ਜਿਹਨੂੰ ਮਤਲਬ, ਕਿਉਂਕਿ ਉੱਥੇ ਤਾਪਮਾਨ ਉਹਨਾਂ ਨੇ ਚੈੱਕ ਕਰਨਾ, ਫਲਾਈਟ ਦੇ ਵਿੱਚ ਬਹਿਣ ਤੋਂ ਪਹਿਲਾਂ ਹਰ ਇੱਕ ਦਾ ਟੈਂਪਰੇਚਰ ਚੈੱਕ ਜ਼ਰੂਰ ਹੋਣਾ ਨਾ ਜੀ। ਇਸ ਕਰਕੇ ਵੀ ਕੋਵਿਡ ਦਾ ਤੁਸੀਂ ਨੈਗੇਟਿਵ PCR ਟੈਸਟ ਸਬਮਿਟ ਕਰ ਸਕਦੇ ਹੋ ਐਪ ਦੇ ਵਿੱਚ, ਜਾਂ ਤੁਸੀਂ ਆਪਣਾ ਵੈਕਸੀਨੇਸ਼ਨ ਦਾ ਪ੍ਰੂਫ, ਉਹਨਾਂ ਨੇ ਇਹਦੇ ਵਿੱਚ ਨਹੀਂ ਲਿਖਿਆ ਹੋਇਆ ਵੀ ਅਨਵੈਕਸੀਨੇਟਡ ਲੋਕ ਟਰੈਵਲ ਨਹੀਂ ਕਰ ਸਕਦੇ, ਇੰਡੀਆ ਨੂੰ ਨਹੀਂ ਆ ਸਕਦੇ। ਹਾਂ, ਪਰ ਜੇ ਉਹ ਨੈਗੇਟਿਵ ਹੈਗੇ ਨੇ PCR ਟੈਸਟ ਉਹ ਸਬਮਿਟ ਕਰਨ ਦੀ ਉਹਨਾਂ ਨੂੰ ਆਪਸ਼ਨ ਦੇ ਦਿੱਤੀ ਗਈ ਹੈ। ਸੋ ਇਹ ਸਰਕੂਲਰ ਰੀਡ ਕਰਕੇ ਜਾਣੀ ਕਿ ਕਾਫੀ ਇਹਦੇ ਵਿੱਚੋਂ ਜਿਹੜੇ ਮੈਸੇजेस ਆ ਉਹ ਸਮਝ ਆਉਂਦੇ ਆ। ਇੱਕ ਗੱਲ ਆਪਾਂ ਭੈਣ ਭਰਾਵਾਂ ਨੂੰ ਦੱਸ ਦਈਏ ਕਿ ਜਦੋਂ ਦਿੱਲੀ ਦੇ ਵਿੱਚ ਇਹ ਲੈਬ ਦਾ ਕੈਨੇਡਾ ਵਾਸਤੇ ਟੈਸਟ ਬੰਦ ਹੋਇਆ ਸੀ ਨਾ, ਤੇ ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਆਪਣੇ ਹੁਣ ਕੈਰੀਅਰ ਦੇ ਵਿੱਚ, ਚਾਵਲਾ ਜੀ, ਕਿਉਂਕਿ ਆਪਾਂ ਮੇਨ ਸਟ੍ਰੀਮ ਮੀਡੀਆ ਤੋਂ ਕਾਫੀ ਸਫਲ ਹੋ ਰਹੇ ਹਾਂ ਤੇ ਆਪਣੇ ਭੈਣ ਭਰਾਵਾਂ ਦੀ ਕਮਿਊਨਿਟੀ ਨਾਲ ਸੰਬੰਧਿਤ ਜਿਹੜੀ ਨਿਊਜ਼ ਆ ਉਹਨਾਂ ਤੋਂ ਪਹਿਲਾਂ ਦੇਣ 'ਚ ਸਮਰੱਥ ਹੋ ਰਹੇ ਹਾਂ। ਲੱਗੇ ਜੇ ਅਸੀਂ ਉਹਨਾਂ ਦੇ ਬਰਾਬਰ ਪਹਿਲਾਂ ਕਈ ਵਾਰੀ ਅਸੀਂ ਖਬਰ ਦਿੰਦੇ ਹਾਂ, ਪਰ ਲੱਗਦਾ ਹੁੰਦਾ ਵੀ ਕਮਿਊਨਿਟੀ ਕਈ ਵਾਰੀ ਸ਼ਾਇਦ ਬਹੁਤੀ ਤੇਜ਼ ਖਬਰ ਲੈਣ ਲਈ ਹਜੇ ਤਿਆਰ ਨਹੀਂ ਹੋਈ। ਉਹ ਜਦੋਂ ਖਬਰ, ਕਿਉਂਕਿ ਉਹਨਾਂ ਨੇ ਕਿਤੇ ਸੁਣੀ ਨਹੀਂ ਹੁੰਦੀ, ਘਰ ਦਾ ਜੋਗੀ ਜੋਗਣਾ ਬਾਹਰ ਦਾ ਜੋਗੀ ਸਿੱਧ। ਹਾਂਜੀ, ਵੀ ਖਬਰ ਕਿਤੇ ਆਈ ਨਹੀਂ ਹੈ, ਖਬਰ ਸੱਚੀ ਆ। ਹੁਣ ਮੈਂ ਪੁੱਛਦਾ ਵੀ ਤੁਸੀਂ CTV, CBC, ਟੋਰਾਂਟੋ ਸਟਾਰ 'ਚ ਕੋਈ ਖਬਰ ਪੜ੍ਹੋ ਤੇ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਹੋ ਵੀ ਇਹ ਖਬਰ ਠੀਕ ਹੈ ਕਿ ਗਲਤ ਹੈ। ਹੁਣ ਸਾਨੂੰ ਸਵੇਰ ਦੇ ਮਤਲਬ 100 ਫੋਨ ਆ ਗਿਆ ਹੋਣਾ ਵੀ ਆਹ ਖਬਰ ਤੁਹਾਡੀ ਆਈ ਹੈ ਜੀ, ਵੀ ਠੀਕ ਹੈ ਕਿ ਗਲਤ ਹੈ। ਮੈਂ ਤਾਂ ਭਰਾ ਸਵੇਰੇ ਹੱਥ ਜੋੜਦੇ ਸੀ ਵੀ ਖਬਰ ਲਾਉਣ ਲੱਗੇ ਆ, ਜ਼ਿਆਦਾ ਜਾਣਕਾਰੀ ਵੈਬਸਾਈਟ ਤੇ ਜਾ ਕੇ ਲੈ ਲਿਓ ਤੇ ਆਹ ਫੋਨ ਨੰਬਰ ਲੈ ਲਓ, ਮੈਨੂੰ 2:30 ਵਜੇ ਰਾਤ ਨੂੰ ਨਾ ਠਾਇਓ। ਸੋ ਲੇਕਿਨ ਕਿ ਅੱਜ ਸਾਰਾ ਦਿਨ ਇਸ ਕੰਮ 'ਚ ਭੈਣ ਭਰਾਵਾਂ ਨੇ ਕੱਢ ਦਿੱਤਾ, ਇਹ ਉਹਨਾਂ ਦਾ ਪਿਆਰ ਹੈ, ਸਤਿਕਾਰ ਹੈ, ਧੰਨਵਾਦ ਹੈ। ਬਸ ਸੁਣਦੇ ਨਹੀਂ ਨਾ, ਮਸਲਾ ਪਤਾ ਕੀ ਹੈ ਜੀ, ਵੇਖੋ ਇੱਕ ਦਿਨ ਆਉਂਦਾ ਹੈ ਕਿ ਤੁਸੀਂ ਖਬਰ ਪੂਰੀ ਹੌਲੀ ਸੁਣਾ ਦਿੱਤੀ ਹੈ ਨਾ। ਮੈਂ ਸੁਣੀ ਅੱਧੀ ਗਾਂ ਸੁਣਾਤੀ, ਅੱਛਾ ਜੌਲ ਸਾਹਿਬ ਕਿੱਥੇ ਬੋਲਦੇ ਸੀ, ਫਲਾਣੇ ਰੇਡੀਓ ਤੇ ਚਾਵਲਾ ਬੋਲਦਾ ਸੀ, ਚੱਕ ਕੇ ਚਾਵਲੇ ਦੇ 15 ਮਿੰਟ ਫਿਰੇ ਖਰਾਬ ਕਰਦੇ ਨੇ। ਤੇ ਲਿਖੋ ਭਾਜੀ ਨੰਬਰ ਲਿਖ ਲਓ, ਨੰਬਰ ਫਿਰ ਲਿਖਣ ਲੱਗਿਆ ਪਿੰਨ ਵੀ ਕੋਲ ਨਹੀਂ ਹੁੰਦਾ, ਕਾਪੀ ਵੀ ਕੋਲ ਨਹੀਂ ਹੁੰਦੀ, ਫਿਰ ਨੰਬਰ ਵੀ ਹੌਲੀ 3, 4, 5 ਵਾਰੀ 5 ਮਿੰਟ 'ਚ ਤੇ ਇੱਕ ਨੰਬਰ ਅਸੀਂ ਲਿਖਦੇ ਹਾਂ। ਫਿਰ ਬੰਦੇ ਦੇ ਹੋਰ ਵੀ ਕੰਮ ਹੁੰਦੇ ਨੇ, ਅੱਜ ਤੇ ਚਾਅ ਅਸੀਂ ਦੇ ਦਿੰਦੇ ਖਬਰ ਵੀ ਲੈ ਲਓ ਯਾਰ ਬਹੁਤੀ, ਪਰ ਹਰ ਵਾਰ ਜਦੋਂ ਕੱਲ ਤੁਸੀਂ ਉਹੀ ਖਬਰ ਦੇਣੀ ਆ, ਤੁਸੀਂ ਦੇਖ ਲਓ ਕਿ ਆਪਾਂ ਜਿਹੜਾ ਹੁਣ ਇਹਨਾਂ ਨੇ ਕੈਂਪ ਲਾਉਣਾ ਇੰਡੀਅਨ ਕੌਂਸੂਲੇਟ ਆਫਿਸ ਨੇ ਜੀ, ਉਹ 'ਚ ਮੈਂ ਕਹਿੰਦਾ ਮੈਂ ਧੀਮੀ ਗਤੀ 'ਚ ਵੀ ਬੋਲ ਦੂੰਗਾ ਨਾ ਵੀ ਖਬਰ ਦੇਣ ਲੱਗੇ ਆ, ਨੋਟ ਕਰ ਲਓ, ਉੱਚੀ ਰੇਡੀਓ ਨੂੰ ਸੁਣ ਲਓ, ਫਿਰ ਵੀ ਤੁਹਾਨੂੰ ਫੋਨ ਆਉਣੇ ਹੀ ਆਉਣੇ ਆ, ਨੰਬਰ ਨਹੀਂ ਨੋਟ ਕਰਨਾ। ਔਰ ਮੈਨੂੰ ਕਈ ਵੀ ਚਲੋ ਜੀ ਬੜਾ ਸਤਿਕਾਰ ਹੈ, ਕਿਉਂਕਿ ਘਰਾਂ ਦੇ ਵਿੱਚ ਆਪਾਂ ਤਾਂ ਵਿਹਲੇ ਬੈਠੇ ਆ, ਪਰ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਰਹੇ ਹੋ ਉਹ ਨਹੀਂ ਵਿਹਲੇ ਬੈਠੇ, ਉਹਨਾਂ ਨੂੰ ਕੋਈ ਕੰਮ ਹੈ ਨਾ। ਹੁਣ ਤੁਸੀਂ ਦੇਖੋ ਵੀ ਜੇ 50 ਫੋਨ ਆ ਗਏ, ਹਰ ਫੋਨ ਤੇ 3 ਮਿੰਟ ਵੀ ਲੱਗ ਗਿਆ ਤੇ ਦਿਹਾੜੀ ਕਿੱਧਰ ਨੂੰ ਗਈ ਉਹ ਫੋਨ ਸੁਣਨ ਵਾਲੇ ਬੰਦੇ ਦੀ, ਹੈ ਨਾ। ਸੋ ਇਸ ਕਰਕੇ ਇਸੇ ਕਰਕੇ ਤਾਂ ਮੀਡੀਆ ਇਹ ਹੈ, ਪੰਜਾਬੀ 'ਚ ਸਧਾਰਨ ਭਾਸ਼ਾ 'ਚ ਗੱਲ ਦੱਸ ਰਹੇ ਆ, ਨਾ ਸਮਝ ਆਉਣ ਵਾਲੀ ਕਿਹੜੀ ਗੱਲ ਆ। ਜਦੋਂ ਮਤਲਬ ਜਾਂ ਤੇ ਹੋਵੇ ਵੀ ਅੰਗਰੇਜ਼ੀ 'ਚ ਦੱਸਤਾ, ਕਿਸੇ ਹੋਰ ਬੇਗਾਨੀ ਭਾਸ਼ਾ 'ਚ ਦੱਸਤਾ, ਹਾਂਜੀ, ਪਰ ਗੱਲ ਸਿਰਫ ਇਹੀ ਆ ਵੀ ਕਿਉਂਕਿ ਹੋਰ ਕਿਤੇ ਸੁਣੀ ਨਹੀਂ ਤੇ ਸ਼ੰਕਾ ਆ ਵੀ ਇਹ ਸੱਚੀ ਹੋਊਗੀ ਗੱਲ। ਚਲੋ ਤਦ ਕਰਕੇ ਵੀ ਦਿੱਲੀ ਵੀ ਉਹ ਟੈਸਟ ਨੂੰ ਲਾਗੂ ਹੁੰਦਿਆਂ 2-4 ਦਿਨ ਲੱਗ ਗਏ ਸੀ, ਭੈਣ ਭਰਾਵਾਂ ਨੂੰ ਲੱਗਣ ਲੱਗ ਗਿਆ ਵੀ ਸ਼ਾਇਦ ਸਾਡੀ ਖਬਰ ਹੀ ਗਲਤ ਸੀ। ਖਬਰ ਸਾਡੀ ਕਦੀ ਗਲਤ ਨਹੀਂ ਹੋਏਗੀ ਜਿੰਨਾ ਚਿਰ ਸਾਡਾ ਸਾਹ ਚੱਲਦਾ ਹੈ। ਬਿਲਕੁਲ, ਤੁਸੀਂ ਫਿਰ ਵੀ ਆਪਣੀ ਤਸੱਲੀ ਕਰੋ, ਤੁਹਾਨੂੰ ਲੱਗਦਾ ਕਿ ਨਹੀਂ ਸੈੱਟ ਤਾਂ ਫਿਰ ਤੁਸੀਂ ਆਪਣੀ ਪੂਰੀ ਤਸੱਲੀ ਕਰੋ। ਬਹੁਤ ਬਹੁਤ ਸ਼ੁਕਰੀਆ, ਸਵੇਰੇ ਕਰਾਂਗੇ ਗੱਲ ਆਪਾਂ ਜਿਹੜੀ ਖੁੱਲ ਕੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।